ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਹੈ। ਇਸ ਵੇਲੇ ਭਾਰਤ ਦੇ ਵਿੱਚ ਸਰਕਾਰ ਨੇ ਹੋਰ ਕੁਝ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, 6 ਸਾਲਾਂ ਦੇ ਵਿੱਚ ਬਜਟ ਬਹੁਤ ਐਲਾਨ ਕੀਤੇ ਨੇ, ਵੱਡੀਆਂ ਰਕਮਾਂ ਦੇ ਨਾਲ ਮਨ ਲੁਭਾਵਨੇ ਜਿਹੜੇ ਲੋਕਾਂ ਨੂੰ ਨੋਟ ਰਾਹਤ ਪੈਕੇਜ ਦੇਣ ਦਾ ਜਿਹੜਾ ਐਲਾਨ ਕੀਤਾ ਗਿਆ ਹੈ, ਭਾਵੇਂ ਉਹ 20 ਲੱਖ ਕਰੋੜ ਵਾਲਾ ਹੋਵੇ ਤੇ ਹੁਣ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਲਈ 1 ਲੱਖ ਕਰੋੜ ਦਾ ਰਾਹਤ ਪੈਕੇਜ ਐਲਾਨਿਆ ਗਿਆ। ਇਸ ਤੋਂ ਪਹਿਲਾਂ ਵੀ ਕਈ ਪੈਕੇਜ ਐਲਾਨੇ ਗਏ ਨੇ, ਪਰ ਉਹ ਕਿਸਾਨਾਂ ਤੱਕ ਹਜੇ ਤੱਕ ਪਹੁੰਚੇ ਨਹੀਂ। ਹੁਣ ਵੇਖਣਾ ਇਹ ਆ ਵੀ ਪਹੁੰਚਦੇ ਨੇ ਕਿ ਨਹੀਂ, ਕੀ ਹੋਏਗਾ ਇਸ ਪੂਰੇ ਮਾਮਲੇ ਦਾ ਰੁਖ। ਦੇਖੋ ਜੀ, ਭਾਰਤ ਦੇ ਵਿੱਚ ਬੇਸ਼ੱਕ ਸੈਂਟਰ ਸਰਕਾਰ ਹੋਵੇ ਜਾਂ ਸਟੇਟ ਸਰਕਾਰਾਂ ਹੋਣ, ਉਹ ਕਿਸਾਨੀ ਦਾ ਰਾਗ ਤਾਂ ਜ਼ਰੂਰ ਅਲਾਪਦੀਆਂ ਨੇ। ਪ੍ਰੈਸ ਕਾਨਫਰੰਸਾਂ 'ਚ ਬਹਿ ਕੇ ਕਿਸਾਨਾਂ ਨਾਲ ਦਰਦ ਵੀ ਸਾਂਝਾ ਕਰਦੀਆਂ ਨੇ, ਪਰ ਜਦੋਂ ਪਾਲਿਸੀਆਂ ਬਣਾਉਣ ਜਾਂਦੇ ਨੇ ਤਾਂ ਫਿਰ ਉਹ ਕਿਸਾਨਾਂ ਨੂੰ ਭੁੱਲ ਜਾਂਦੇ ਨੇ। ਫਿਰ ਉਹ ਕਹਿੰਦੇ ਨੇ ਕਿ GDP ਦੇ ਵਿੱਚ ਤਾਂ ਖੇਤੀ ਦਾ ਸ਼ੇਅਰ ਹੀ ਹੈ ਨਹੀਂ, ਤਾਂ GDP ਦੇ ਵਿੱਚ ਤਾਂ ਜਿੰਨੇ ਐਕਸਟਰਾ ਲੋਕ ਲੱਗੇ ਹੋਏ ਨੇ ਉਹ ਜੋ ਨੇ ਉਹ ਵੇਸਟ ਕਰ ਰਹੇ ਨੇ ਆਪਣਾ ਸਮਾਂ, ਉਹ ਆਰਥਿਕ ਤੌਰ ਤੇ ਨੁਕਸਾਨ ਕਰ ਰਹੇ ਨੇ। ਕਿ ਜਿਹੜਾ ਕੰਮ ਇੱਕ ਕਿਸਾਨ ਕਰ ਸਕਦਾ ਉਹਦਾ ਪੂਰਾ ਪਰਿਵਾਰ ਕਰ ਰਿਹਾ, ਤਾਂ 3 ਵਿਅਕਤੀ ਤਾਂ ਵਿਹਲੇ ਹੀ ਹੋਏ। ਤੇ ਇਸ ਕਰਕੇ ਖੇਤੀ ਦਾ GDP ਦੇ ਵਿੱਚ ਸ਼ੇਅਰ ਨਹੀਂ ਹੈਗਾ। ਇਸ ਕਰਕੇ ਖੇਤੀ ਨੂੰ ਅੱਖੋਂ ਪਰੋਖੇ ਕਰਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੋਰਿਆ ਜਾਂਦਾ ਹੈਗਾ। 20 ਲੱਖ ਕਰੋੜ ਦਾ ਪੈਕੇਜ ਵੀ ਆਇਆ, ਉਹਦੇ ਚੋਂ ਕਿਸਾਨਾਂ ਲਈ ਨਿਕਲਿਆ ਸਿਰਫ ਕਰਜ਼ਾ। 2-2000 ਰੁਪਇਆ ਕਿਸਾਨਾਂ ਦੇ ਖਾਤਿਆਂ 'ਚ ਪਾਇਆ ਗਿਆ, ਉਹ ਪੁਰਾਣੀ ਯੋਜਨਾ ਸਰਕਾਰ ਦੀ। ਪਰ 2000 ਰੁਪਈਆ ਇੱਕ ਕਿਸਾਨ ਦੇ ਪਰਿਵਾਰ ਨੂੰ ਕਾਫੀ ਹੁੰਦਾ ਹੈ। ਇਹ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ 2000 ਰੁਪਏ ਦੇ ਨਾਲ ਕੀ ਭਾਰਤ ਦੇ ਵਿੱਚ ਮਹੀਨਾ ਜਿਹੜਾ ਉਹ ਲੰਘਾਇਆ ਜਾ ਸਕਦਾ ਹੈਗਾ। ਪਰ ਹੁਣ ਜਿਹੜਾ 1 ਲੱਖ ਕਰੋੜ ਰੁਪਏ ਦਾ ਖੇਤੀ ਪੈਕੇਜ ਲਿਆਈ ਆ ਸਰਕਾਰ, ਇਹ 3-4 ਸਾਲ ਦੀ ਯੋਜਨਾ ਦੇ ਤਹਿਤ ਪੈਸਾ ਦਿੱਤਾ ਜਾਣਾਗਾ। ਤਾਂ ਇਹਦੇ ਵਿੱਚ ਵੀ ਜਿਹੜਾ ਕਿਸਾਨਾਂ ਦੇ ਲਈ ਜੇ ਸਿੱਧਾ ਪੈਸਾ ਹੈ ਤਾਂ ਉਹ ਕਰਜ਼ਾ ਹੀ ਹੈਗਾ। ਇਸ ਤੋਂ ਇਲਾਵਾ ਬੀਮਾ ਕੰਪਨੀਆਂ ਨੂੰ 12,000 ਕਰੋੜ ਰੁਪਏ ਤੋਂ ਉੱਪਰ ਦਿੱਤਾ ਗਿਆ, ਤੇ ਬਾਕੀ ਵੇਅਰ ਹਾਊਸ ਬਣਾਉਣ ਵਾਸਤੇ, ਹੋਰ ਖੇਤੀ ਇਨਫਰਾਸਟ੍ਰਕਚਰ ਮਜ਼ਬੂਤ ਕਰਨ ਦੇ ਵਾਸਤੇ ਪੈਸਾ ਦਿੱਤਾ ਗਿਆ। ਐਲਾਨ ਬਹੁਤ ਵਧੀਆ ਨੇ, ਪਰ ਕਿਸਾਨਾਂ ਦੇ ਪੱਲੇ ਕਰਜ਼ਾ ਤਾਂ ਪੈ ਸਕਦਾ ਜਿਹੜਾ ਇਹਦੇ ਥਰੂ ਦੇਣਾਗਾ। ਪਰ ਬਾਕੀ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਮਜ਼ਬੂਤ ਕਰਨ ਦੇ ਵਾਸਤੇ ਯੋਜਨਾ ਕੀ, ਜਾਂ ਜਿਹੜਾ ਬੀਮਾ ਕੰਪਨੀਆਂ ਨੂੰ ਪੈਸਾ ਦਿੱਤਾ ਜਾਣਾ ਸਰਕਾਰੀ ਨੂੰ, ਤਾਂ ਉਹਦੇ 'ਚ ਬੀਮਿਆਂ ਦੇ ਵਿੱਚੋਂ ਅੱਜ ਤੱਕ ਫਸਲੀ ਬੀਮਿਆਂ ਦੇ ਵਿੱਚੋਂ ਕਿਸਾਨਾਂ ਦੇ ਪੱਲੇ ਕਿੰਨਾ ਕੁ ਕੁਝ ਪਿਆਗਾ, ਇਹ ਕਿਸਾਨਾਂ ਨੂੰ ਸਿੱਧਾ ਜਾ ਕੇ ਪੁੱਛ ਲਿਆ ਜਾਵੇ ਤਾਂ ਬਿਹਤਰ ਹੈ। ਕਿਉਂਕਿ ਉਹਨਾਂ ਨੂੰ ਸਿਰਫ ਕਾਗਜ਼ਾਂ ਪੱਤਰਾਂ 'ਚ ਉਲਝਾਇਆ ਜਾਂਦਾ, ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਇਹ ਰਸਤੇ 'ਚ ਜਿਹੜਾ ਪੈਸਾ ਹੈ ਖਾਦਾ ਖੁਦਾ ਜਾਂਦਾ ਹੈਗਾ। ਪਰ ਸਰਕਾਰ ਜਿਹੜੀ ਹੈਗੀ ਆ ਉਹ ਖੇਤੀ ਦੇ ਲਈ ਸੰਜੀਦਾ ਨਹੀਂ ਹੈਗੀ। ਇਹਦੇ ਨਾਲ ਵੀ ਖੇਤਾਂ ਦਾ ਕੁਝ ਨਹੀਂ ਸਵਰਨਾ, ਨਾ ਕਿਸਾਨ ਖੁਦਕੁਸ਼ੀਆਂ ਬੰਦ ਹੋਣੀਆਂ ਨੇ, ਨਾ ਕਿਸਾਨਾਂ ਨੂੰ ਕੋਈ ਫਾਇਦਾ ਹੋਣਾਗਾ। ਪਰ ਸਰਕਾਰ ਅਜਿਹੀਆਂ ਪਾਲਿਸੀਆਂ, ਅਜਿਹੇ ਪੈਕੇਜ ਐਲਾਨਣ ਦੀ ਥਾਂ ਤੇ ਜੇ ਕਿਸਾਨਾਂ ਦੀ ਬਾਹ ਫੜੇ, ਸੱਚਮੁੱਚ ਹੀ ਕਿਸਾਨਾਂ ਨਾਲ ਗੰਭੀਰਤਾ ਦਿਖਾਵੇ, ਕਿਸਾਨਾਂ ਦੇ ਲਈ ਇੱਕ ਖੇਤੀ ਪਾਲਿਸੀ ਲੈ ਕੇ ਆਵੇ ਨਵੀਂ, ਜਿਹਦੇ ਤਹਿਤ ਕਿਸਾਨਾਂ ਦੀ ਬਾਹ ਜਿਹੜੀ ਆ ਉਹ ਫੜੀ ਜਾਵੇ, ਕਿਸਾਨਾਂ ਨੂੰ ਸ਼ੋਰਟੀ ਦਿੱਤੀ ਜਾਵੇ ਫਸਲ ਖਰੀਦਣ ਤੇ, ਅਤੇ ਉਹ ਫਸਲ ਉਸ ਹਿਸਾਬ ਦੇ ਨਾਲ ਬਿਜਵਾਈ ਜਾਵੇ ਕਿ ਕਿਹੜੇ ਇਲਾਕੇ 'ਚੋਂ ਕਿਹੜੀ ਫਸਲ ਬੀਜੀ ਜਾਵੇ, ਤਾਂ ਕਿ ਕਿਸਾਨਾਂ ਦੀ ਉਹ ਫਸਲ ਵਿਕ ਜੇ ਹੱਥੋਂ ਹੱਥੀ, ਪੂਰੇ ਸਮਰਥਨ ਮੁੱਲ ਤੇ ਵਿਕ ਜੇ। ਪੈਸਟੀਸਾਈਡ ਦੀ ਵਰਤੋਂ ਕਿਸ ਤਰ੍ਹਾਂ ਘਟਾਉਣੀ ਹੈ ਜਿਹਦੇ ਨਾਲ ਕਿਸਾਨਾਂ ਦੇ ਖਰਚੇ ਘਟਣਗੇ ਜੇ ਪੈਸਟੀਸਾਈਡ ਦੀ ਵਰਤੋਂ ਘਟੂਗੀ। ਪਰ ਸਰਕਾਰ ਇਹਨਾਂ ਮਸਲਿਆਂ ਤੇ ਸੰਜੀਦਾ ਨਹੀਂ ਹੈ। ਲੈ ਦੇ ਕੇ ਪੈਕੇਜ ਲਿਆਂਦਾ ਜਾਂਦਾ, ਜਿਸ 'ਚ ਕਿਸਾਨਾਂ ਤੇ ਕਰਜ਼ੇ ਦੀ ਪੰਡ ਹੋਰ ਲੱਦ ਦਿੱਤੀ ਜਾਂਦੀ ਹੈ। ਲੌਂਗ ਟਰਮ ਦੇ ਲਈ ਕਰਜ਼ੇ ਦੇ ਦਿੱਤੇ ਜਾਂਦੇ ਨੇ, ਅਤੇ ਇੱਕ ਅੱਧੇ ਖੇਤੀਬਾੜੀ 'ਚ ਵਰਤੋਂ ਆਉਣ ਵਾਲੇ ਜਿਹੜੇ ਸਮਾਨ ਹੈਗਾ ਉਹਦੇ ਤੇ ਸਬਸਿਡੀ ਦੇ ਦਿੱਤੀ ਜਾਂਦੀ ਹੈ ਥੋੜੀ ਬਾਹਲੀ। ਤਾਂ ਜਾਣੀ ਕਿ ਕਿਸਾਨ ਨੂੰ ਚੱਲਦਾ ਜਾਂ ਰੱਖਿਆ ਜਾਂਦਾ ਕਿ ਇਹ ਤੁਰਿਆ ਫਿਰੇ, ਭਾਵੇਂ ਜਿੰਦਾ ਲਾਸ਼ ਬਣ ਕੇ ਤੁਰਿਆ ਫਿਰੇ, ਪਰ ਇਹਦਾ ਤੁਰਿਆ ਫਿਰਦਾ ਰਹਿਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਵੋਟ ਬੈਂਕ ਬਹੁਤ ਵੱਡਾ ਹੈਗਾ। ਇਹ ਮੇਨ ਮਸਲਾ ਇਹ ਹੈ ਕਿ ਇਹ ਵੋਟ ਬੈਂਕ 50% ਤੋਂ ਉੱਪਰ ਚਲਿਆ ਜਾਂਦਾ ਹੈਗਾ। ਤਾਂ ਇਸ ਕਰਕੇ ਸਰਕਾਰਾਂ ਦੀ ਮਜਬੂਰੀ ਹੈਗੀ ਹੈ ਥੋੜੇ ਬਹੁਤੇ ਪੈਕੇਜ ਐਲਾਨਣੇ। ਇਹ ਰਕਮ ਸੁਣਨ ਨੂੰ ਤਾਂ ਬਹੁਤ ਵੱਡੀ ਲੱਗਦੀ ਹੈ, ਪਰ ਕਿਸਾਨਾਂ ਦੇ ਪੱਲੇ ਇਹਦੇ 'ਚੋਂ ਨਾ ਤਾਂ ਅੱਜ ਤੱਕ ਕੁਝ ਪਿਆ ਤੇ ਨਾ ਹੀ ਭਵਿੱਖ ਦੇ ਵਿੱਚ ਪੈਣਾਗਾ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਦੀਆਂ ਪਾਲਿਸੀਆਂ ਨੇ ਮੌਜੂਦਾ, ਉਹ ਪਾਲਿਸੀਆਂ ਦੇ ਤਹਿਤ ਉਹ ਕਿਸਾਨ ਵਿਰੋਧੀ ਫੈਸਲੇ ਲਗਾਤਾਰ ਲੈ ਰਹੇ ਨੇ। ਆਰਡੀਨੈਂਸਾਂ ਨੂੰ ਬੇਸ਼ੱਕ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਪੱਖੀ ਨੇ, ਪਰ ਇਹਦੇ ਨਾਲ ਕਿਸਾਨਾਂ ਦੀ ਲੁੱਟ ਇੱਕ ਦਿਨ ਹੋਣੀ ਸੁਭਾਵਿਕ ਹੈ, ਤੈਅ ਹੈ। ਕਿ ਜਦੋਂ ਪ੍ਰਾਈਵੇਟ ਕਾਰਪੋਰੇਟ ਅਦਾਰਿਆਂ ਨੂੰ ਤੁਸੀਂ ਮੈਦਾਨ 'ਚ ਉਤਾਰੋਗੇ ਤਾਂ ਉਹਨਾਂ ਦਾ ਮਕਸਦ ਹੁੰਦਾ ਪ੍ਰੋਫਿਟ ਕਮਾਉਣਾ, ਤੇ ਉਹ ਆਪਣੇ ਪ੍ਰੋਫਿਟ ਦੇ ਲਈ ਨਾ ਤਾਂ ਕਿਸੇ ਦੀ ਜ਼ਿੰਦਗੀ ਦੀ ਪਰਵਾਹ ਕਰਦੇ ਨੇ, ਨਾ ਹੀ ਕਿਸੇ ਕਿੱਤੇ ਦੀ ਪਰਵਾਹ ਕਰਦੇ ਨੇ। ਤੇ ਇਸ ਕਰਕੇ ਸਰਕਾਰ ਦੀ ਜਿਹੜੀ ਰਫ਼ਤਾਰ ਤੇ ਸਰਕਾਰ ਵੱਧ ਰਹੀ ਹੈ, ਉਹ ਖੇਤੀ ਨੂੰ ਸੰਤੁਲਿਤ ਕਰਨ ਵਾਲੀ ਰਫ਼ਤਾਰ ਨਹੀਂ, ਉਹ ਕਾਰਪੋਰੇਟ ਘਰਾਣਿਆਂ ਨੂੰ ਸੰਤੁਲਿਤ ਕਰਨ ਵਾਲੀ ਸਰਕਾਰ ਹੈਗੀ। ਉਹ ਭਾਰਤ ਦੇ ਵਿੱਚ ਇੰਡਸਟਰੀ ਬੇਸਡ ਜਿਹੜਾ ਹੈਗਾ ਪੂਰਾ ਸਿਸਟਮ ਬਣਾਉਣਾ ਚਾਹੁੰਦੀ ਹੈ। ਕਿਉਂਕਿ ਅਮਰੀਕਾ ਦੇ ਵਿੱਚ ਵੀ ਜਿਸ ਤਰ੍ਹਾਂ ਉਹਨਾਂ ਦੀ 2% ਤੋਂ ਘੱਟ ਪਾਪੂਲੇਸ਼ਨ ਅੱਜ ਖੇਤੀ ਤੇ ਆਧਾਰਿਤ ਹੈ, ਤੇ ਇਹੀ ਨਿਸ਼ਾਨਾ ਭਾਰਤ ਸਰਕਾਰ ਦਾ ਕਿ ਸਾਡੇ ਵੀ 2% ਤੋਂ ਘੱਟ ਜਾਂ 5% ਤੋਂ ਘੱਟ ਪਾਪੂਲੇਸ਼ਨ ਹੈ ਜਿਹੜੀ ਉਹ ਇੱਕ ਦਿਨ ਖੇਤੀ ਤੇ ਨਿਰਭਰ ਹੋਵੇ, ਤੇ ਸਾਰਾ ਕੁਝ ਜਿਹੜਾ ਹੈਗਾ ਉਹ ਕਾਰਪੋਰੇਟ ਸਿਸਟਮ ਦੇ ਸਪੁਰਦ ਹੋਵੇ, ਇੰਡਸਟਰੀ ਹੋਵੇ ਇੱਥੇ ਵੱਡੇ ਪੱਧਰ ਤੇ। ਇਸ ਕਰਕੇ ਜੇ ਉਧਰ ਨੂੰ ਸਰਕਾਰ ਜਾ ਰਹੀ ਹੈ, ਸਰਕਾਰ ਦਾ ਨਿਸ਼ਾਨਾ ਉਹ ਆ
ਤਾਂ ਇਹ ਪੈਕੇਜ ਜਿਹੜੇ ਨੇ ਇਹ ਕਿੰਨੇ ਕੁ ਕਾਗਜ਼ੀ ਹੋਣਗੇ, ਕਿੰਨੇ ਕੁ ਕਿਸਾਨਾਂ ਦੀ ਜ਼ਿੰਦਗੀ ਸੁਧਾਰਨ ਵਾਲੇ ਹੋਣਗੇ, ਇਹ ਸਾਰੇ ਜਿਹੜੇ ਸਰੋਤੇ ਨੇ, ਦਰਸ਼ਕ ਹੈ, ਇਹ ਬਖੂਬੀ ਇਹ ਸਮਝ ਸਕਦੇ ਨੇ।